ਸੀਟੈਟ एग्जाम 2024 ਦੇ ਵਿੱਚ ਅੱਜ ਆਪਣਾ ਸਬਜੈਕਟ ਹਿਸਟਰੀ ਹੈ। ਇਸ ਤੋਂ ਪਹਿਲਾਂ ਹਿਸਟਰੀ ਦੇ ਦੋ ਪਾਰਟ ਕੰਪਲੀਟ ਕਰ ਚੁੱਕੇ ਆ, ਐਂਸ਼ੀਅੰਟ ਹਿਸਟਰੀ ਤੇ ਮੈਡੀਵਲ ਹਿਸਟਰੀ। ਹੁਣ ਹਿਸਟਰੀ ਦਾ ਤੀਜਾ ਪਾਰਟ ਆਪਾਂ ਨੇ ਸ਼ੁਰੂ ਕੀਤਾ ਹੋਇਆ, ਮਾਡਰਨ ਹਿਸਟਰੀ, ਆਧੁਨਿਕ ਇਤਿਹਾਸ। ਪ੍ਰੀਵੀਅਸ ਟਾਈਮ ਦੇ ਵਿੱਚ ਲਾਰਡ ਵਿਲੀਅਮ ਬੈਂਕਟ ਤੇ ਲਾਰਡ ਡਲਹੌਜ਼ੀ 1857 ਦੀ ਕ੍ਰਾਂਤੀ, ਇਹ ਸਾਰੀਆਂ ਚੀਜ਼ਾਂ ਅਸੀਂ ਪੜ੍ਹ ਚੁੱਕੇ ਹਾਂ। ਤੇ ਅੱਜ ਮਾਡਰਨ ਹਿਸਟਰੀ ਦੇ ਟੌਪਿਕ ਦੇ ਵਿੱਚੋਂ ਆਪਣਾ ਇੱਕ ਕੰਪੋਨੈਂਟ ਹੈਗਾ ਨੈਸ਼ਨਲ ਮੂਵਮੈਂਟ। ਨੈਸ਼ਨਲ ਮੂਵਮੈਂਟ ਕਦੋਂ ਸ਼ੁਰੂ ਹੋਏ, ਨੈਸ਼ਨਲ ਮੂਵਮੈਂਟ ਕਦੋਂ ਤੋਂ ਕਦੋਂ ਤੱਕ ਚੱਲੇ। ਜਿਵੇਂ ਕਿ ਨੈਸ਼ਨਲ ਮੂਵਮੈਂਟ 1885 ਤੋਂ 1947 ਤੱਕ ਚੱਲੀ ਸੀ। ਰਾਸ਼ਟਰੀ ਅੰਦੋਲਨ, ਰਾਸ਼ਟਰੀ ਅੰਦੋਲਨ ਦੀ ਸ਼ੁਰੂਆਤ 1885 ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੀ ਸਥਾਪਨਾ ਹੋਈ ਸੀ। ਹੁਣ ਕਾਂਗਰਸ ਪਾਰਟੀ ਦੀ ਸਥਾਪਨਾ ਕਿਸਨੇ ਕੀਤੀ ਸੀ? ਏ.ਓ. ਹਿਊਮ ਨੇ ਇਸ ਦੀ ਸਥਾਪਨਾ ਕੀਤੀ ਸੀ ਮੁੰਬਈ ਦੇ ਵਿੱਚ 1885 ਦੇ ਵਿੱਚ। ਤੇ ਇਸ ਦਾ ਪਹਿਲਾ ਪ੍ਰੈਜ਼ੀਡੈਂਟ ਕਿਸ ਨੂੰ ਬਣਾਇਆ ਗਿਆ? ਡਬਲਯੂ.ਸੀ. ਬੈਨਰਜੀ ਨੂੰ ਫਸਟ ਪ੍ਰੈਜ਼ੀਡੈਂਟ ਆਫ ਇੰਡੀਅਨ ਕਾਂਗਰਸ ਪਾਰਟੀ ਦਾ ਬਣਾਇਆ ਗਿਆ ਸੀ। ਇਹ ਹਰ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ ਵੀ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦਾ ਪਹਿਲਾ ਪ੍ਰੈਜ਼ੀਡੈਂਟ ਕਿਸ ਨੂੰ ਬਣਾਇਆ ਗਿਆ, ਇਸ ਦੀ ਸਥਾਪਨਾ ਕਦੋਂ ਹੋਈ? ਇਸ ਦੀ ਸਥਾਪਨਾ 1885 ਦੇ ਵਿੱਚ ਹੋਈ ਸੀ। ਹੁਣ ਜਿਹੜੀ ਕਾਂਗਰਸ ਹੈਗੀ ਹੈ ਇਹ ਵੀ ਦੋ ਤਰ੍ਹਾਂ ਦੀ ਹੈ, ਮੋਡਰੇਟ ਐਰਾ ਤੇ ਐਕਸਟ੍ਰੀਮਿਸਟ ਐਰਾ, ਨਰਮ ਦਲ ਤੇ ਗਰਮ ਦਲ। ਕਾਂਗਰਸ ਦਾ ਜਿਹੜਾ ਨਰਮ ਦਲ ਹੈਗਾ ਉਸ ਦਾ ਸਮਾਂ 1885 ਤੋਂ 1905 ਤੱਕ ਹੈਗਾ। ਤੇ ਜੋ ਐਕਸਟ੍ਰੀਮਿਸਟ ਹੈ ਗਰਮ ਦਲ 1906 ਤੋਂ 1919 ਤੱਕ ਚੱਲਦਾ। ਸਭ ਤੋਂ ਪਹਿਲਾਂ ਨਰਮ ਦਲ ਹੈਗਾ ਮੋਡਰੇਟ ਐਰਾ, ਇਸ ਕਾਂਗਰਸ ਦੀ ਗੱਲ ਕਰਦੇ ਨੇ। 1885 1905 ਤੱਕ ਸੀ ਇਹ। ਇਹਦੇ ਵਿੱਚ ਕਿਹੜੇ ਨੇਤਾ ਸੀ ਜਿਹੜੇ ਬ੍ਰਿਟਿਸ਼ ਨਾਲ ਬਣਾ ਕੇ ਰੱਖਦੇ ਸੀ, ਬਰਤਾਨੀਆ ਸਰਕਾਰ ਨੂੰ ਰੱਬੀ ਰੂਪ ਦੱਸਦੇ ਸੀ ਵੀ ਇਹ ਸਾਡੇ ਈਸ਼ਵਰ ਹੈ, ਇਹ ਸਾਡੇ ਭਗਵਾਨ ਹੈ, ਇਹ ਸਾਡੇ ਨੀਤੀ ਮੇਕਰ ਹੈ, ਫਾਊਂਡਰ ਹੈ, ਇਹਨਾਂ ਦੇ ਅਕੋਰਡਿੰਗ ਹੀ ਅਸੀਂ ਸ਼ਾਸਨ ਕਰਨਾ ਹੈ। ਇਹ ਚਾਹੁੰਦੇ ਸੀ ਵੀ ਅੰਗਰੇਜ਼ ਹੀ ਰਾਜ ਕਰਨ, ਸ਼ਾਸਨ ਇਹ ਕਰਨ, ਪਰ ਸਾਨੂੰ ਕੋਈ ਤੰਗ ਨਾ ਕਰਨ, ਸਾਡੇ ਖਿਲਾਫ ਕੋਈ ਕਾਨੂੰਨ ਨਾ ਬਣਾਉਣ, ਸਾਡੇ ਨਾਲ ਮਿਲ ਕੇ ਰਹਿਣ। ਜਿਨ੍ਹਾਂ ਵਿੱਚੋਂ ਦਾਦਾ ਭਾਈ ਨਹਿਰੂ ਜੀ, ਗੋਪਾਲ ਕ੍ਰਿਸ਼ਨ ਗੋਖਲੇ, ਮਹਾਤਮਾ ਗਾਂਧੀ, ਰਵਿੰਦਰਨਾਥ ਟੈਗੋਰ, ਰਾਸ ਬਿਹਾਰੀ ਘੋਸ਼, ਇਸ ਤਰ੍ਹਾਂ ਦੇ ਮੈਂਬਰ ਜਿਹੜੇ ਨਰਮ ਦਲ ਦੇ ਸੀ, ਜਿਨ੍ਹਾਂ ਦਾ ਕੰਮ ਸੀ ਵਾਇਲੈਂਸ ਨਹੀਂ ਕਰਨਾ ਹੁੰਦਾ ਸੀ, ਨੌਨ ਵਾਇਲੈਂਸ ਤੇ ਪਹਿਰਾ ਦਿੰਦੇ ਸੀ। ਇਹ ਵਾਇਲੈਂਸ ਨੂੰ ਕ੍ਰਾਈਮ ਮੰਨਦੇ ਸੀ, ਅਹਿੰਸਾ ਤੇ ਜ਼ੋਰ ਦਿੰਦੇ ਸੀ, ਵਰਤ ਰੱਖਦੇ ਸੀ ਅੰਗਰੇਜ਼ਾਂ ਨੂੰ, ਤਾਂ ਵਰਤ ਧਰਨੇ ਰੱਖਦੇ ਸੀ। ਤਾਂ ਇਹ ਜਦੋਂ ਪਾਰਟੀਸ਼ਨ ਹੋਈ ਇਸ ਦੇ ਵਿੱਚ ਗਰਮ ਦਲ ਕਿਵੇਂ ਬਣਿਆ? 1905 ਵਿੱਚ ਲਾਰਡ ਕਰਜ਼ਨ ਨੇ ਬੰਗਾਲ ਦੀ ਦੋ ਭਾਗਾਂ ਵਿੱਚ ਵੰਡ ਕਰਤੀ ਸੀ, ਈਸਟ ਤੇ ਵੈਸਟ। ਈਸਟ ਵੱਲ ਹਿੰਦੂ ਚਲੇ ਗਏ ਸੀ, ਵੈਸਟ ਵੱਲ ਮੁਸਲਿਮ। ਤਾਂ ਫੁੱਟ ਪਾਓ, ਰਾਜ ਕਰੋ ਵਾਲੀ ਭਾਵਨਾ ਹੈਗੀ ਸੀ ਲਾਰਡ ਕਰਜ਼ਨ ਦੀ। ਤਾਂ ਜਿਹੜੇ ਗਰਮ ਦਲ ਹੈਗੇ ਸੀ ਬਾਲ, ਪਾਲ ਤੇ ਲਾਲ, ਬਾਲ ਗੰਗਾਧਰ ਤਿਲਕ, ਵਿਪਨ ਚੰਦਰ ਪਾਲ ਤੇ ਲਾਲਾ ਲਾਜਪਤ ਰਾਏ। ਇਹ ਵੈਰੀ ਇੰਪੋਰਟੈਂਟ ਕੁਐਸਚਨ ਹੈ ਵੀ ਬਾਲ, ਪਾਲ ਤੇ ਲਾਲ ਇਹ ਕੌਣ ਸੀ? ਇਹ ਗਰਮ ਦਲੀਏ ਸੀ। ਗਰਮ ਦਲੀਆ ਜਿਨ੍ਹਾਂ ਦਾ ਕੰਮ ਸੀ ਵੀ ਜਿਵੇਂ ਬਾਲ ਗੰਗਾਧਰ ਤਿਲਕ ਨੇ ਕਿਹਾ ਸੀ, ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ, ਮੈਂ ਇਸ ਨੂੰ ਹਾਸਲ ਕਰਕੇ ਰਹਾਂਗਾ। ਵੀ ਜੋ ਸਵਰਾਜ ਹੈਗਾ ਮੇਰਾ ਇੱਕ ਜਨਮ ਸਿੱਧ ਅਧਿਕਾਰ ਹੈ, ਮੈਂ ਇਸ ਨੂੰ ਹਾਸਲ ਕਰਕੇ ਰਹਾਂਗਾ। ਤਾਂ ਇਹ ਕਹਿੰਦੇ ਸੀ ਵੀ ਜਿਹੜੀ ਆਜ਼ਾਦੀ ਆ ਸਾਨੂੰ ਵਰਤ ਰੱਖਣ ਨਾਲ, ਰੋਣ ਪਿੱਟਣ ਨਾਲ, ਧਰਨੇ ਲਾਉਣ ਨਾਲ, ਅਹਿੰਸਕ ਸਾਧਨਾ ਨਾਲ ਨਹੀਂ ਮਿਲਦੀ। ਇਸ ਦੇ ਲਈ ਸਾਨੂੰ ਹਥਿਆਰ ਉਠਾਉਣਾ ਪੈਣਾ, ਵਾਇਲੈਂਸ ਕਰਨਾ ਪੈਣਾ, ਆਪਣਾ ਹੱਕ ਮੰਗਣਾ ਪੈਣਾ। ਤਾਂ ਇਸ ਤੋਂ ਬਾਅਦ ਜਦੋਂ ਐਕਸਟ੍ਰੀਮਿਸਟ ਅਲੱਗ ਬਣ ਗਿਆ, 1907 ਵਿੱਚ ਸੂਰਤ ਵਿੱਚ ਸਪਲਿਟ ਹੋ ਗਈ ਸੀ, ਕਾਂਗਰਸ ਦਾ ਸ਼ਾਸਨ ਸੀ, ਇੱਕ ਇਜਲਾਸ ਹੋਇਆ। ਇਸ ਵਿੱਚ ਜਿਹੜੇ ਗਰਮ ਦਲ ਸੀ ਉਹ ਲਾਲਾ ਲਾਜਪਤ ਰਾਏ ਨੂੰ ਪ੍ਰੈਜ਼ੀਡੈਂਟ ਬਣਾਉਣਾ ਚਾਹੁੰਦੇ ਸੀ ਤੇ ਨਰਮ ਦਲੀਏ ਰਾਸ ਬਿਹਾਰੀ ਘੋਸ਼ ਨੂੰ ਪ੍ਰੈਜ਼ੀਡੈਂਟ ਬਣਾਉਣਾ ਚਾਹੁੰਦੇ ਸੀ। ਫਿਰ ਰਾਸ ਬਿਹਾਰੀ ਘੋਸ਼ ਹੀ ਪ੍ਰੈਜ਼ੀਡੈਂਟ ਬਣੇ। ਤਾਂ ਇਹ ਦੂਰ ਦਲ ਹੁੰਦੇ ਚਲੇ ਗਏ।
1913 ਵਿੱਚ ਸ਼ੁਰੂ ਹੋਈ ਸੀ ਗਦਰ ਪਾਰਟੀ। ਗਦਰ ਪਾਰਟੀ USA ਦੇ ਵਿੱਚ ਇਸ ਦੀ ਸਥਾਪਨਾ ਹੋਈ। ਹੁਣ ਇਹ ਕੁਐਸਚਨ ਆਉਂਦਾ ਹੈ ਗਦਰ ਪਾਰਟੀ ਦੀ ਸਥਾਪਨਾ ਕਦੋਂ ਹੋਈ ਸੀ, ਗਦਰ ਪਾਰਟੀ ਦਾ ਪਹਿਲਾ ਪ੍ਰੈਜ਼ੀਡੈਂਟ ਕੌਣ ਸੀ। ਗਦਰ ਪਾਰਟੀ ਦੀ ਸਥਾਪਨਾ 1913 ਵਿੱਚ USA ਦੇ ਫ੍ਰਾਂਸਿਸਕੋ ਦੇ ਵਿਖੇ ਹੋਈ। ਤਾਂ ਕਿਹਨਾਂ ਨੇ ਕੀਤੀ? ਲਾਲਾ ਹਰਦਿਆਲ। ਲਾਲਾ ਹਰਦਿਆਲ ਇਹਦੇ ਫਾਊਂਡਰ ਤੇ ਸਕੱਤਰ ਸੀ। ਗਦਰ ਪਾਰਟੀ ਦਾ ਪਹਿਲਾ ਪ੍ਰਧਾਨ, ਪਹਿਲਾ ਪ੍ਰੈਜ਼ੀਡੈਂਟ ਸੋਹਣ ਸਿੰਘ ਭਕਨਾ ਸੀ। ਗਦਰ ਦਾ ਮਤਲਬ ਵਿਦਰੋਹ ਹੁੰਦਾ ਹੈ, ਰਿਵੋਲਟ, ਇੱਕ ਗੂੰਜ। USA ਦੇ ਵਿੱਚ ਬਹੁਤ ਸਾਰੇ ਭਾਰਤੀ ਸੀ, ਉਹਨਾਂ ਵਿਤਕਰਾ ਹੋ ਰਿਹਾ ਸੀ ਤੇ ਗਦਰ ਕਿੱਥੇ ਮਚਣਾ ਸੀ? ਇਹ ਫੈਲਣਾ ਸੀ ਪੰਜਾਬ 'ਚ। ਤਾਂ ਜੋ ਗਦਰ ਪਾਰਟੀ ਦਾ ਸਭ ਤੋਂ ਛੋਟਾ ਸ਼ਹੀਦ ਮੰਨਿਆ ਜਾਂਦਾ ਹੈ ਉਹ ਹੈਗਾ ਕਰਤਾਰ ਸਿੰਘ ਸਰਾਭਾ। ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਦੇ ਦਿੱਤੀ ਸੀ ਛੋਟੀ ਉਮਰ ਦੇ ਵਿੱਚ। ਤਾਂ ਇਹ ਗਦਰ ਪੰਜਾਬ ਵਿੱਚ ਫੈਲਿਆ, ਲੇਕਿਨ ਅੰਤ ਵਿੱਚ ਇਹ ਅਨਸਕਸੈਸਫੁਲੀ ਹੋਇਆ ਕਿਉਂਕਿ ਇਹਨਾਂ ਨੂੰ ਸਹਿਯੋਗ ਨਹੀਂ ਮਿਲਿਆ। ਸਹਿਯੋਗ ਨਹੀਂ ਮਿਲਿਆ ਤਾਂ ਇਹ ਮਾਝੇ ਤੱਕ ਫੈਲਿਆ, ਮਾਲਵੇ ਵਿੱਚ ਫੈਲਿਆ ਨਹੀਂ। ਕੁਛ ਇਹਨਾਂ ਦੇ ਗੱਦਾਰ ਹੋ ਗਏ, ਪੁਲਿਸ ਦਾ ਮੁੱਖ ਬਣ ਜਾਂਦੇ ਸੀ, ਜਿਸ ਕਰਕੇ ਗਦਰ ਪਾਰਟੀ ਫੇਲ ਹੋ ਗਈ ਸੀ। ਇਸ ਤੋਂ ਬਾਅਦ 1914 ਵਿੱਚ ਇੱਕ ਮੂਵਮੈਂਟ ਹੋਇਆ ਸੀ, ਕਾਮਾਗਾਟਾ ਮਾਰੂ ਮੂਵਮੈਂਟ, ਅੰਦੋਲਨ। ਕਾਮਾਗਾਟਾ ਮਾਰੂ ਗਦਰ ਪਾਰਟੀ ਨਾਲ ਸੰਬੰਧਿਤ ਮੂਵਮੈਂਟ ਸੀ। ਇਹ ਪੁੱਛਿਆ ਜਾਂਦਾ ਹੈ ਵੀ ਕਿਹੜੀ ਪਾਰਟੀ ਨਾਲ ਸੰਬੰਧਿਤ ਹੈ, ਤੇ ਇਹ ਸੀਟੈਟ ਦਾ ਹੀ ਵੈਰੀ ਇੰਪੋਰਟੈਂਟ ਕੁਐਸਚਨ ਹੈਗਾ। ਮੋਸਟਲੀ ਇਹ ਕੁਐਸਚਨ ਬਹੁਤ ਸਾਰੇ ਪੇਪਰ ਦੇ ਵਿੱਚ ਪੁੱਛਿਆ ਗਿਆ, ਚਾਹੇ ਉਹ ਸੀਟੈਟ ਦਾ ਜਾਂ ਪੀਟੈਟ ਦਾ। ਹੁਣ ਜਿਹੜਾ ਕਾਮਾਗਾਟਾ ਮਾਰੂ ਜਹਾਜ਼ ਸੀ, ਇੱਕ ਜਾਪਾਨੀ ਜਹਾਜ਼ ਸੀ, ਬਾਬਾ ਗੁਰਦਿੱਤ ਸਿੰਘ ਦਾ ਪ੍ਰਧਾਨ ਸੀ। ਇਸਨੇ ਜਾਪਾਨ ਤੋਂ ਇਹ ਰੈਂਟ ਤੇ ਲਿਆ ਸੀ। ਬਹੁਤ ਸਾਰੇ ਮੁਸਾਫਰ ਜਿਨ੍ਹਾਂ ਦੀ ਗਿਣਤੀ 375 ਸੀ ਉਹ ਆਪਣਾ ਰਸਤਾ ਭੁੱਲ ਗਏ ਸੀ ਤੇ ਫਿਰ ਰਸਤਾ ਭੁੱਲਦੇ ਹੋਏ ਉਹਨਾਂ ਨੂੰ ਕੈਨੇਡਾ ਪਹੁੰਚਾਉਣਾ ਸੀ। ਕੈਨੇਡਾ ਤੋਂ ਬਾਅਦ ਉਹ ਇੱਥੇ ਆਏ, ਇੰਡੀਆ ਵੱਲ ਘੁੰਮਦੇ ਘੁੰਮਾਉਂਦੇ ਜਹਾਜ਼ ਆਇਆ ਤਾਂ ਬ੍ਰਿਟਿਸ਼ ਨੇ ਸੋਚਿਆ ਵੀ ਇਹ ਕ੍ਰਾਂਤੀਕਾਰੀਆਂ ਵਿਦਰੋਹ ਕਰਨਾ ਆ। ਇਹਨਾਂ ਨਿਹੱਥੇ ਲੋਕਾਂ ਤੇ ਬ੍ਰਿਟਿਸ਼ ਨੇ ਗੋਲੀਆਂ ਚਲਾਤੀਆਂ। ਜਦੋਂ ਬ੍ਰਿਟਿਸ਼ ਨੇ ਗੋਲੀਆਂ ਚਲਾਈਆਂ ਇਹਨਾਂ ਤੇ ਤਾਂ ਬਹੁਤ ਸਾਰੇ ਜਿਹੜੇ ਇਹਨਾਂ ਵਿੱਚੋਂ 23 ਔਨ ਦੀ ਸਪੋਟ ਹੀ ਡੈਥ ਹੋ ਗਈ, ਕੁਛ ਜ਼ਖਮੀ ਹੋ ਗਏ ਤੇ ਬਾਕੀ ਨੂੰ ਬਾਬਾ ਗੁਰਦਿੱਤ ਵਾਪਸ ਲੈ ਗਿਆ ਸੀ। ਤਾਂ ਇਸ ਘਟਨਾ ਨੂੰ ਕਾਮਾਗਾਟਾ ਮਾਰੂ ਮੂਵਮੈਂਟ ਬੋਲਿਆ ਜਾਂਦਾ। 1915 ਤੋਂ 1948 ਤੱਕ ਗਾਂਧੀ ਯੁੱਗ ਸ਼ੁਰੂ ਹੋ ਜਾਂਦਾ ਹੈ। 1915 ਵਿੱਚ ਮਹਾਤਮਾ ਗਾਂਧੀ ਮੁੰਬਈ ਵਿਖੇ ਆਏ, ਉਹਨਾਂ ਦਾ ਵੈਲਕਮ ਕੀਤਾ ਗਿਆ ਸੀ। ਕਿੱਥੋਂ ਤੋਂ ਆਏ ਸੀ? ਸਾਊਥ ਅਫਰੀਕਾ ਤੋਂ। ਸਾਊਥ ਅਫਰੀਕਾ ਉਹਨਾਂ ਨੇ ਕੇਸ ਜਿੱਤਿਆ ਸੀ, ਗੋਰੇ ਕਾਲੇ ਦੀ ਨੀਤੀ ਚੱਲੀ ਜਾਂਦੀ ਸੀ ਸਾਊਥ ਅਫਰੀਕਾ ਵਿੱਚ। ਤਾਂ ਮਹਾਤਮਾ ਗਾਂਧੀ ਨੇ ਇਹ ਉੱਥੇ ਸੱਤਿਆਗ੍ਰਹਿ ਵੀ ਸ਼ੁਰੂ ਕੀਤਾ ਸੀ ਪਹਿਲੀ ਵਾਰ, ਤੇ ਉਹਨਾਂ ਨੇ ਫੇਵਰ ਦੇ ਵਿੱਚ ਲੜਿਆ ਸੀ। ਜਦੋਂ ਉਹਨਾਂ ਦੇ ਫੇਵਰ ਦੇ ਵਿੱਚ ਇਹ ਕੇਸ ਲੜਿਆ ਤਾਂ ਉਹ ਜਿੱਤ ਗਏ, ਤਾਂ ਮਹਾਤਮਾ ਗਾਂਧੀ ਹੀਰੋ ਬਣ ਗਏ। ਤਾਂ ਇੰਡੀਆ ਵਿੱਚ ਇਹਨਾਂ ਦਾ ਵੈਲਕਮ ਕੀਤਾ ਜਾਂਦਾ ਹੈ। 1915 ਵਿੱਚ ਕੀਤਾ ਸੀ। 2015 ਵਿੱਚ ਬੀਜੇਪੀ ਨੇ ਇਸ ਦਾ 100 ਸਾਲਾ ਮਨਾਇਆ ਸੀ। ਇਸ ਤੋਂ ਬਾਅਦ ਮਹਾਤਮਾ ਗਾਂਧੀ ਨੇ ਆਪਣਾ ਪਹਿਲਾ ਸੱਤਿਆਗ੍ਰਹਿ ਚੰਪਾਰਨ ਵਿਖੇ 1917 ਦੇ ਵਿੱਚ ਚਲਾਇਆ ਸੀ। ਚੰਪਾਰਨ ਵਿਖੇ 1917 ਦੇ ਵਿੱਚ ਜੋ ਇੱਕ ਕ੍ਰਾਂਤੀਕਾਰੀ ਰਿਵੋਲਟ ਹੋਇਆ ਇੱਥੇ ਕਿਸਾਨਾਂ ਨੇ ਕੀਤਾ ਹੈਗਾ ਸੀ, ਕਿਉਂਕਿ ਜ਼ਿਮੀਂਦਾਰ ਕਿਸਾਨਾਂ ਦਾ ਸ਼ੋਸ਼ਣ ਕਰਦੇ ਸੀ। ਮਹਾਤਮਾ ਗਾਂਧੀ ਨੇ ਜੋ ਸਹਿਯੋਗ ਲਿੱਤਾ ਉਹ ਸਹਿਯੋਗ ਕਿਹਨਾਂ ਨੂੰ ਦਿਆ ਸੀ? ਫਾਰਮਰ ਨੂੰ। ਤਾਂ ਫਾਰਮਰ ਇੱਥੇ ਜਿੱਤ ਗਏ ਸੀ। ਮਹਾਤਮਾ ਗਾਂਧੀ ਨੇ ਚੰਪਾਰਨ ਵਿਖੇ ਆਪਣਾ ਪਹਿਲਾ ਸੱਤਿਆਗ੍ਰਹਿ। ਦੂਜਾ ਸੱਤਿਆਗ੍ਰਹਿ ਅਹਿਮਦਾਬਾਦ ਤੇ ਖੇੜਾ ਦੇ ਵਿੱਚ ਵੀ ਕੀਤਾ, ਕਿਉਂਕਿ ਜੋ ਫੈਕਟਰੀ ਦੇ ਮਜ਼ਦੂਰ ਸੀ ਉਹਨਾਂ ਨੇ ਬੋਨਸ ਦੀ ਗੱਲ ਕਰ ਰਹੇ ਸੀ, ਬੋਨਸ ਦੀ ਡਿਮਾਂਡ ਕਰ ਰਹੇ ਸੀ, ਤਾਂ ਬੋਨਸ ਉਹਨਾਂ ਨੂੰ ਨਹੀਂ ਮਿਲਿਆ। ਤਾਂ ਇਸ ਕਰਕੇ ਉਹਨਾਂ ਨੇ ਸਟ੍ਰਾਈਕ ਕਰਤੀ। ਤਾਂ ਮਹਾਤਮਾ ਗਾਂਧੀ ਨੇ ਸਾਥ ਇਹਨਾਂ ਦਾ ਦਿੱਤਾ, ਲੇਬਰ ਦਾ ਤਾਂਤ ਨੂੰ ਮਜ਼ਦੂਰ। ਮਹਾਤਮਾ ਗਾਂਧੀ ਦਿਨ ਪਰ ਦਿਨ ਹੀਰੋ ਬਣਦੇ ਜਾ ਰਹੇ ਸੀ। 1913 ਵਿੱਚ ਇੱਕ ਘਟਨਾ ਹੋਈ, ਜਲਿਆਂਵਾਲੇ ਬਾਗ ਦਾ ਸਾਕਾ। ਇਹ ਵੀ ਪੰਜਾਬ ਦੇ ਵਿੱਚ ਨਾਲ ਦੀ ਨਾਲ ਚੱਲ ਰਿਹਾ ਸੀ। ਜਲਿਆਂਵਾਲੇ ਬਾਗ ਦੀ ਘਟਨਾ ਜੋ 1919 ਵਿੱਚ ਇੱਕ ਰੌਲਟ ਐਕਟ ਬਣਿਆ ਹੈਗਾ ਸੀ, ਜਿਸ ਦੇ ਵਿੱਚ ਇਹ ਘਟਨਾ ਹੋਈ 13 ਅਪ੍ਰੈਲ 1919 ਨੂੰ ਜਲਿਆਂਵਾਲੇ ਬਾਗ ਦਾ ਸਾਕਾ ਸੀ, ਜਿਹਦੇ ਕਰਕੇ ਇੱਥੇ ਵਿਦਰੋਹ ਹੋਇਆ। ਨੋ ਅਪੀਲ, ਨੋ ਵਕੀਲ, ਨੋ ਦਲੀਲ ਵਾਲੀ ਧਾਰਨਾ ਸੀ। ਰੌਲਟ ਐਕਟ ਹੈਗਾ ਸੀ ਜੋ 1919 ਵਿੱਚ ਪਾਸ ਹੋਇਆ ਸੀ। ਤਾਂ ਉਹਦੇ ਵਿੱਚ ਕੀ ਆ, ਬਿਨਾਂ ਮੁਕੱਦਮਾ ਕਰੇ ਅੰਦਰ ਕਰ ਦਿੰਦੇ ਸੀ ਜੇਲ੍ਹ ਵਿੱਚ। ਤਾਂ ਡਾਕਟਰ ਸੈਫੂਦੀਨ ਕਿਚਲੂ ਤੇ ਸੱਤਿਆਪਾਲ ਇਹਨਾਂ ਨੇ ਵਿਰੋਧ ਕੀਤਾ ਤਾਂ ਇਹਨਾਂ ਨੂੰ ਅਰੈਸਟ ਕਰ ਲਿਆ।
13 ਅਪ੍ਰੈਲ 1919 ਨੂੰ ਜੱਲਿਆਂਵਾਲੇ ਬਾਗ ਦਾ ਸਾਕਾ ਹੋਇਆ। 13 ਅਪ੍ਰੈਲ 1919 ਨੂੰ ਲੋਕ ਜੱਲਿਆਂਵਾਲੇ ਬਾਗ ਦੇ ਵਿੱਚ ਇਕੱਠੇ ਹੋਏ ਤਾਂ ਜਨਰਲ ਡਾਇਰ ਨੇ ਇਸ ਤੇ ਗੋਲੀਆਂ ਚਲਾਤੀਆਂ। ਤਾਂ ਇਸ ਘਟਨਾ ਦਾ ਜ਼ਿੰਮੇਵਾਰ ਵਿਅਕਤੀ ਜਨਰਲ ਡਾਇਰ ਸੀ, ਜੋ ਪਿੱਛੇ ਕੁਐਸਚਨ ਆਇਆ ਸੀ। ਇਸ ਤੋਂ ਬਾਅਦ ਬਹੁਤ ਸਾਰਾ ਨਿੰਦਿਆ ਹੋਈ, ਕਾਂਗਰਸ ਪਾਰਟੀ ਨੇ ਨਿੰਦਿਆ ਕੀਤੀ। ਉਸ ਤੋਂ ਬਾਅਦ 1920 ਦੇ ਵਿੱਚ ਨਾਨ ਕੋਆਪਰੇਸ਼ਨ ਮੂਵਮੈਂਟ ਸ਼ੁਰੂ ਹੋਇਆ ਸੀ। ਮਹਾਤਮਾ ਗਾਂਧੀ ਨੇ ਚਲਾਇਆ ਸੀ। ਬਾਈਕਾਟ ਕਰਨਾ ਸੀ ਕਿਸ ਦਾ? ਬ੍ਰਿਟਿਸ਼ ਦਾ, ਵੀ ਅੰਗਰੇਜ਼ਾਂ ਦਾ ਬਾਈਕਾਟ ਕਰ ਦਿਓ। ਇਸ ਨੂੰ ਅਸਹਿਯੋਗ ਅੰਦੋਲਨ ਤੇ ਨਾ ਮਿਲਵਰਤਨ ਅੰਦੋਲਨ ਬੋਲਿਆ ਜਾਂਦਾ। ਬਹੁਤ ਸਾਰੇ ਵਕੀਲਾਂ ਨੇ ਆਪਣੀ ਵਕਾਲਤ ਛੱਡਤੀ, ਐਜੂਕੇਸ਼ਨ ਦਾ ਬਾਈਕਾਟ ਕਰਤੇ ਆ, ਸਰਕਾਰੀ ਨੌਕਰੀਆਂ ਦਾ ਬਾਈਕਾਟ ਕਰਤੇ ਆ, ਡਾਕਟਰਾਂ ਨੇ ਆਪਣਾ ਪ੍ਰੋਫੈਸ਼ਨ ਛੱਡਤੇ ਆ ਤੇ ਟੀਚਰਸ ਨੇ ਆਪਣਾ ਪ੍ਰੋਫੈਸ਼ਨ ਛੱਡਤੇ ਆ, ਜੱਜ ਨੇ ਆਪਣਾ ਪ੍ਰੋਫੈਸ਼ਨ ਛੱਡਤੇ ਆ। ਤਾਂ ਵਿਦੇਸ਼ੀ ਕੱਪੜੇ ਦਾ ਤਿਆਗ ਕੀਤਾ ਗਿਆ, ਸਵਦੇਸ਼ੀ ਅਪਣਾਇਆ ਗਿਆ, ਤਾਂ ਇਸ ਨੂੰ ਸਵਦੇਸ਼ੀ ਮੂਵਮੈਂਟ ਵੀ ਕਿਹਾ ਜਾਂਦਾ। ਹਜੇ ਇਹ ਮੂਵਮੈਂਟ ਚੱਲ ਰਿਹਾ ਸੀ। 5 ਫਰਵਰੀ 1922 ਦੇ ਵਿੱਚ ਚੌਰਾ ਚੌਰੀ ਤੇ ਇੱਕ ਵਿਦਰੋਹ ਹੋਇਆ। ਕ੍ਰਾਂਤੀਕਾਰੀਆਂ ਨੇ ਅੱਗ ਲਾਤੀ ਪੁਲਿਸ ਚੌਂਕੀ ਨੂੰ। 22 ਜਿਹੜੇ ਸੋਲਜਰ ਸੀ, ਸਿਪਾਹੀ, ਉਹ ਮਾਰੇ ਗਏ। ਤਾਂ 22 ਸੋਲਜਰ ਜਿਹੜੇ ਸਿਪਾਹੀ ਮਾਰੇ ਗਏ, ਜਿਸ ਕਰਕੇ ਇਹ ਜਿਹੜਾ ਵਿਰੋਧ ਅੰਦੋਲਨ ਸੀ, ਨੌਨ ਵਾਇਲੈਂਸ, ਇਹ ਬੰਦ ਹੋ ਗਿਆ। ਮਹਾਤਮਾ ਗਾਂਧੀ ਨੂੰ 8 ਸਾਲ ਦੀ ਸਜ਼ਾ ਹੋਈ, ਬਾਅਦ ਵਿੱਚ ਉਹਨਾਂ ਨੂੰ ਰਿਹਾ ਕਰਤੇ ਹੈਗਾ ਸੀ। ਇਸ ਤੋਂ ਬਾਅਦ ਨੌਜਵਾਨ ਸਭਾ ਬਣੀ, ਭਗਤ ਸਿੰਘ ਨੇ ਬਣਾਈ ਸੀ 1926 ਵਿੱਚ। 1928 ਵਿੱਚ ਸਾਈਮਨ ਕਮਿਸ਼ਨ ਆਇਆ ਸੀ। 1928 ਵਿੱਚ ਸਾਈਮਨ ਕਮਿਸ਼ਨ ਆਇਆ ਤਾਂ ਗੋ ਬੈਕ ਸਾਈਮਨ ਦਾ ਨਾਰਾ ਲਗਾਇਆ ਲਾਲਾ ਲਾਜਪਤ ਰਾਏ ਤੇ ਭਗਤ ਸਿੰਘ ਨੇ। ਜੇਮਸ ਕੋਡ ਨੇ ਲਾਠੀਆਂ ਚਲਾਤੀਆਂ ਤਾਂ ਲਾਲਾ ਜੀ ਦੇ ਵੱਜੀਆਂ ਤੇ ਭਗਤ ਸਿੰਘ ਦੇ। ਅੰਤ ਨੂੰ ਲਾਲਾ ਜੀ ਜ਼ਖਮੀ ਹੋ ਗਏ, ਉਹਨਾਂ ਨੂੰ ਹਸਪੀਟਲ ਵਿੱਚ ਭਰਤੀ ਕਰਾਇਆ ਗਿਆ ਸੀ। ਹੁਣ ਇੱਥੇ ਕੁਐਸਚਨ ਆਇਆ ਸੀ ਵੀ ਲਾਲਾ ਲਾਜਪਤ ਰਾਏ ਦੀ ਡੈਥ ਕਦੋਂ ਹੋਈ? ਆਪਸ਼ਨ 'ਚ 1926, 1927, 1928, 1929। 1928 ਦਾ ਸਮਾਂ ਸੀ ਜਦੋਂ ਲਾਲਾ ਲਾਜਪਤ ਰਾਏ ਦੀ ਡੈਥ ਹੋਈ। ਭਗਤ ਸਿੰਘ ਦੇ ਮਨ ਤੇ ਬੜਾ ਗਹਿਰਾ ਦੁੱਖ ਪਹੁੰਚਿਆ। ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੇ ਜੇਮਸ ਕੋਡ ਨੂੰ ਮਾਰਨਾ ਸੀ, ਮਾਰਤਿਆ ਸਾਂਡਰਸ ਨੂੰ 1928 ਵਿੱਚ ਮਾਰਤਿਆ ਸੀ। ਹੁਣ ਇਹ ਵੀ ਕੁਐਸਚਨ ਆ ਜਾਂਦਾ ਵੀ ਸਾਂਡਰਸ ਨੂੰ ਕਦੋਂ ਮਾਰਿਆ ਸੀ? ਸਾਂਡਰਸ 1928 ਵਿੱਚ ਮਾਰਿਆ ਗਿਆ। ਇਸ ਤੋਂ ਬਾਅਦ 1929 ਵਿੱਚ ਬੀਕੇ ਦੱਤ ਤੇ ਭਗਤ ਸਿੰਘ ਨੇ ਦਿੱਲੀ ਦੀ ਨੈਸ਼ਨਲ ਅਸੈਂਬਲੀ ਵਿੱਚ ਬੰਬ ਸੁੱਟਦੇ ਸੀ। ਇਹ ਬੰਬ ਕੋਈ ਮਾਰਨ ਵਾਲੇ ਨਹੀਂ ਸੀ, ਇਹ ਧੂਏ ਡਿਸਟਰਬ ਕਰਨੀ ਸੀ, ਕੋਈ ਕਾਰਵਾਈ ਕਰਨੀ ਹੈਗੀ ਸੀ। ਤਾਂ ਬਾਅਦ ਵਿੱਚ ਇਹਨਾਂ ਨੂੰ ਸਰੈਂਡਰ ਕਰ ਲਿਆ ਭਗਤ ਸਿੰਘ ਤੇ ਬੀਕੇ ਦੱਤ ਨੇ। ਮੁਕੱਦਮਾ ਚੱਲਿਆ ਭਗਤ ਸਿੰਘ, ਸੁਖਦੇਵ, ਰਾਜਗੁਰੂ ਤੇ ਬੀਕੇ ਦੱਤ ਤੇ। ਬੀਕੇ ਦੱਤ ਨੂੰ ਕੁਝ ਸਮੇਂ ਦੀ ਸਜ਼ਾ ਹੋਈ ਤੇ ਬਾਕੀ ਨੂੰ ਤੇ ਮਰਡਰ ਦਾ ਕੇਸ ਚੱਲਿਆ ਸਾਂਡਰਸ ਦਾ। ਇਹਨਾਂ ਨੂੰ ਤਿੰਨਾਂ ਨੂੰ ਸਜ਼ਾਏ ਮੌਤ ਦੀ ਸਜ਼ਾ ਦਿੱਤੀ ਸੀ, ਜਿਹਨਾਂ ਨੂੰ ਫਾਂਸੀ ਦੇ ਦਿੱਤੀ। 23 ਮਾਰਚ 1931 ਨੂੰ ਸੁਖਦੇਵ, ਭਗਤ ਸਿੰਘ, ਰਾਜਗੁਰੂ, ਇਹਨਾਂ ਨੂੰ ਡੈਥ ਸੈਂਟੈਂਸ ਲਾਹੌਰ ਦੀ ਜੇਲ੍ਹ ਵਿੱਚ ਦੇ ਦਿੱਤਾ। 1930 ਵਿੱਚ ਮਹਾਤਮਾ ਗਾਂਧੀ ਨੇ ਸਿਵਲ ਡਿਸਓਬੀਡੀਐਂਸ ਮੂਵਮੈਂਟ ਸ਼ੁਰੂ ਕੀਤਾ, ਜਿਸ ਨੂੰ ਕਹਿੰਦੇ ਆ ਸਿਵਲ ਨਾਫਰਮਾਨੀ। ਡਾਂਡੀ ਮਾਰਚ ਯਾਤਰਾ ਵੀ ਇਸ ਮੂਵਮੈਂਟ ਨੂੰ ਬੋਲਿਆ ਜਾਂਦਾ। ਸਰਕਾਰ ਨੇ ਉਦੋਂ ਨਮਕ ਤੇ ਕਾਨੂੰਨ ਬਣਾਇਆ ਹੋਇਆ ਸੀ ਵੀ ਕੋਈ ਵੀ ਵਿਅਕਤੀ ਕਾਨੂੰਨ ਹੈਗਾ ਵੀ ਨਮਕ ਨਹੀਂ ਬਣਾ ਸਕਦਾ। ਮਹਾਤਮਾ ਗਾਂਧੀ ਨੇ 78 ਸਾਥੀਆਂ ਨਾਲ ਆਪਣੀ ਇਹ ਸਾਬਰਮਤੀ ਤੋਂ ਡਾਂਡੀ ਤੱਕ ਡਾਂਡੀ ਮਾਰਚ ਯਾਤਰਾ ਸ਼ੁਰੂ ਕੀਤੀ। ਡਾਂਡੀ ਗਏ ਤੇ ਇਹਨਾਂ ਨੇ ਉੱਥੇ ਜਾ ਕੇ ਨਮਕ ਬਣਾ ਕੇ ਸਰਕਾਰ ਦੀ ਉਲੰਘਣਾ ਕੀਤੀ, ਸਿਵਲ ਦੀ ਨਾਫਰਮਾਨੀ ਕੀਤੀ। ਇਸ ਕਰਕੇ ਇਸ ਮੂਵਮੈਂਟ ਨੂੰ ਸਿਵਲ ਨਾਫਰਮਾਨੀ ਮੂਵਮੈਂਟ ਬੋਲਿਆ ਜਾਂਦਾ। ਇਸ ਤੋਂ ਬਾਅਦ 1930, 1931, 1932 ਦੇ ਵਿੱਚ 3rd RTC ਬਣੀਆਂ। ਫਸਟ ਰਾਊਂਡ ਟੇਬਲ ਕਾਨਫਰੰਸ 1930 ਲੰਡਨ ਵਿੱਚ ਹੋਈ, ਜਿਸ ਵਿੱਚ ਪਾਰਟਿਸਪੇਟ BR ਅੰਬੇਦਕਰ ਤੇ ਹੋਰ ਪਨਵੰਤੇ ਸੱਜਣਾ ਨੇ ਕੀਤਾ। ਇਸ ਤੋਂ ਬਾਅਦ 1931 ਵਿੱਚ ਡਾਕਟਰ BR ਅੰਬੇਦਕਰ ਤੇ ਮਹਾਤਮਾ ਗਾਂਧੀ, ਜੋ ਮਹਾਤਮਾ ਗਾਂਧੀ ਹੈ, ਉਹਨਾਂ ਨੇ ਇਸ ਨੂੰ ਅਟੈਂਡ ਕੀਤਾ 1931 ਵਿੱਚ। ਇਹ ਕੁਐਸਚਨ ਆ ਜਾਂਦਾ ਹੈ, ਬੜੀ ਵਾਰ ਪੁੱਛ ਲੈਂਦੇ ਆ ਇਹ ਵੀ ਮਹਾਤਮਾ ਗਾਂਧੀ ਦਾ ਜਿਹੜਾ 2nd ਕਾਉਂਸਲਿੰਗ ਵਿੱਚ ਇਹਨਾਂ ਨੇ ਪਾਰਟਿਸਪੇਟ ਕੀਤਾ, ਕੀ ਐਗਰੀਮੈਂਟ ਹੋਇਆ? ਇਰਬਨ ਗਾਂਧੀ ਸਮਝੌਤਾ ਹੋਇਆ 1931 ਵਿੱਚ।
ਵੀ 1931 ਵਿੱਚ ਇਰਵਨ ਗਾਂਧੀ ਸਮਝੌਤਾ ਹੋਇਆ ਵੀ ਤੁਸੀਂ ਜਿਹੜੇ ਮੂਵਮੈਂਟ ਹੈ ਵਾਪਸ ਲੈ ਲਓ। ਤਾਂ ਮਹਾਤਮਾ ਗਾਂਧੀ ਕਹਿੰਦਾ ਵੀ ਨਮਕ ਤੇ ਕਾਨੂੰਨ ਰੱਦ ਕਰ ਦਿਓ, ਵੀ ਕਾਨੂੰਨ ਨਮਕ ਬਣਾਉਣ ਦੀ ਸਭ ਨੂੰ ਆਗਿਆ ਦੇ ਦਿਓ। ਤੇ ਰੌਲਟ ਐਕਟ ਦੌਰਾਨ ਜਿਹਨੇ ਨਿਰਦੋਸ਼ ਭਾਰਤੀ ਪਕੜੇ ਗਏ ਉਹਨਾਂ ਨੂੰ ਬਾਇਜ਼ਤ ਬਰੀ ਕਰ ਦਿਓ, ਰਿਹਾ ਕਰ ਦਿਓ। ਇਸ ਤੋਂ ਬਾਅਦ ਇਰਵਨ ਗਾਂਧੀ ਸਮਝੌਤਾ ਟੁੱਟ ਗਿਆ। 1932 ਵਿੱਚ ਤੀਜੀ ਰਾਉਂਡ ਟੇਬਲ ਕਾਨਫਰੰਸ ਹੋਈ। ਮਹਾਤਮਾ ਗਾਂਧੀ ਇਸ ਵਿੱਚ ਗਏ ਨਹੀਂ ਸੀ, ਤਾਂ ਮਹਾਤਮਾ ਗਾਂਧੀ ਨੇ ਡਾਂਡੀ ਮਾਰਚ ਯਾਤਰਾ ਫਿਰ ਸ਼ੁਰੂ ਕਰਤੀ ਸੀ। ਇਸ ਤੋਂ ਬਾਅਦ ਮਹਾਤਮਾ ਗਾਂਧੀ ਨੇ ਇੱਥੇ ਕੀ ਹੈ, ਇੰਡੀਅਨ ਐਕਟ ਬਣ ਗਿਆ ਸੀ 1935 ਦਾ, ਕਨਸਟੀਟਿਊਸ਼ਨ ਐਕਟ ਹੈਗਾ ਸੀ 1935 ਦਾ। ਇਸ ਤੋਂ ਬਾਅਦ ਜਿਹੜਾ ਹੈਗਾ ਕ੍ਰਿਪਸ ਮਿਸ਼ਨ ਪਲਾਨ ਆਇਆ, ਅਗਸਤ ਆਫਰ ਆਇਆ 1942 ਵਿੱਚ, ਕ੍ਰਿਪਸ ਮਿਸ਼ਨ ਪਲਾਨ ਆਇਆ। ਤੇ ਲਾਸਟ ਲਾਰਡ ਮਾਊਂਟ ਬੈਟਨ ਹੈਗੇ ਸੀ ਵਾਇਸਰਾਏ ਆਫ ਇੰਡੀਆ। 1942 ਵਿੱਚ ਮਹਾਤਮਾ ਗਾਂਧੀ ਨੇ ਕੁਇਟ ਇੰਡੀਆ ਮੂਵਮੈਂਟ ਸ਼ੁਰੂ ਕਰਤਿਆ ਸੀ, ਭਾਰਤ ਛੱਡੋ ਅੰਦੋਲਨ। ਇਹ ਨੌਨ ਕੋਆਪਰੇਸ਼ਨ ਮੂਵਮੈਂਟ ਦੀ ਤਰ੍ਹਾਂ ਸੀ, ਵੀ ਇੰਡੀਆ ਨੂੰ ਕਿਹਾ ਸੀ ਵੀ ਤੁਸੀਂ ਆਪਣਾ ਜਿਹੜਾ ਇਹ ਅੰਗਰੇਜ਼ਾਂ ਨੂੰ ਕਿਹਾ ਸੀ ਵੀ ਤੁਸੀਂ ਭਾਰਤ ਛੱਡ ਦਿਓ, ਅਸੀਂ ਆਪਣੀ ਪਾਲਿਸੀ ਆਪ ਹੀ ਬਣਾਵਾਂਗੇ, ਅਸੀਂ ਆਪ ਹੀ ਸਾਰਾ ਕੁਝ ਜੋ ਸ਼ਾਸਨ ਹੈ ਉਸ ਦੀ ਪਾਲਿਸੀ ਆਪਣਾ ਹੈ, ਵੀ ਤੁਸੀਂ ਭਾਰਤ ਛੱਡ ਦਿਓ। ਤਾਂ ਬੜਾ ਜ਼ੋਰ ਸ਼ੋਰ ਨਾਲ ਚੱਲਿਆ। ਇਸ ਨੂੰ ਡੂ ਔਰ ਡਾਈ ਮੂਵਮੈਂਟ ਵੀ ਬੋਲਿਆ ਜਾਂਦਾ ਹੈ, ਡੂ ਔਰ ਡਾਈ ਮੂਵਮੈਂਟ। ਤੇ ਲਾਸਟ ਵਿੱਚ ਇੰਡੀਆ ਦੀ 15 ਅਗਸਤ 1947 ਵਿੱਚ ਵੰਡ ਹੋ ਗਈ। 14 ਅਗਸਤ 1947 ਨੂੰ ਪਾਕਿਸਤਾਨ ਬਣ ਗਿਆ ਤੇ 15 ਅਗਸਤ 1947 ਨੂੰ ਇੰਡੀਆ ਬਣ ਗਿਆ। ਇਹਨਾਂ ਵਿੱਚ ਇੱਕ ਲਾਈਨ ਖਿੱਚੀ ਗਈ ਜਿਸ ਨੂੰ ਰੈੱਡ ਕਲਿਫ ਬਾਉਂਡਰੀ ਬੋਲਿਆ ਜਾਂਦਾ। ਲਾਰਡ ਰੈੱਡ ਕਲਿਫ ਨੇ ਖਿੱਚੀ ਸੀ ਇਹ ਬਾਉਂਡਰੀ, ਜੋ ਅੱਜ ਵੀ ਸੀਮਾ ਹੈਗੀ ਹੈ ਇੰਡੀਆ ਤੇ ਪਾਕਿਸਤਾਨ ਦੀ। ਹਜੇ ਦੇਸ਼ ਨੂੰ ਥੋੜਾ ਟਾਈਮ ਹੀ ਹੋਇਆ ਸੀ ਸੈਲੀਬ੍ਰੇਸ਼ਨ ਕਰਦੇ ਨੂੰ, ਆਜ਼ਾਦੀ ਦਾ ਜਸ਼ਨ ਮਨਾਉਂਦੇ। ਤਾਂ 30 ਜਨਵਰੀ 1948 ਨੂੰ ਨੱਥੂ ਰਾਮ ਗੋਂਡਸੇ ਨੇ ਮਹਾਤਮਾ ਗਾਂਧੀ ਦਾ ਕਤਲ ਕਰਤੇ, ਮਰਡਰ ਕਰਤੇ। ਤਾਂ ਮਹਾਤਮਾ ਗਾਂਧੀ ਦਾ ਮਰਡਰ ਕਰਤਿਆ, ਰਾਸ਼ਟਰਪਿਤਾ ਦਾ ਕਤਲ ਕਰਤਿਆ, ਤਾਂ ਸਾਰੇ ਇੰਡੀਆ ਵਿੱਚ ਸ਼ੋਕ ਦੀ ਲਹਿਰ ਪੈ ਗਈ। ਇਸ ਕਰਕੇ ਇਹ ਨੈਸ਼ਨਲ ਮੂਵਮੈਂਟ ਹੈਗੀ ਸੀ ਜੋ ਸਮਾਪਤ ਹੋ ਜਾਂਦੇ ਆ। ਤੇ ਇਹਨਾਂ ਵਿੱਚ ਸਾਰੇ ਇੰਪੋਰਟੈਂਟ ਕੁਐਸਚਨ ਹੈ, ਗਦਰ ਮੂਵਮੈਂਟ ਕਦੋਂ ਸ਼ੁਰੂ ਹੋਇਆ, ਜਲਿਆਂਵਾਲੇ ਬਾਗ ਦਾ ਸਾਕਾ, ਨਾਨ ਕੋਆਪਰੇਸ਼ਨ ਮੂਵਮੈਂਟ, ਡਾਂਡੀ ਮਾਰਚ ਯਾਤਰਾ, ਗੋ ਬੈਕ ਸਾਈਮਨ ਕਮਿਸ਼ਨ ਆਇਆ ਸੀ, 7 ਮੈਂਬਰ ਹੈਗੇ ਸੀ ਇਸ ਦੇ। ਉਸ ਤੋਂ ਬਾਅਦ ਕੁਇਟ ਇੰਡੀਆ ਮੂਵਮੈਂਟ, ਭਾਰਤ ਛੱਡੋ ਅੰਦੋਲਨ ਮੂਵਮੈਂਟ 1942 ਵਿੱਚ ਹੋਇਆ। ਠੀਕ ਹੈ, ਤਾਂ ਇਹ ਬਹੁਤ ਸਾਰੇ ਕੁਐਸਚਨ MCQ ਕੁਐਸਚਨ ਇਸ ਨੈਸ਼ਨਲ ਮੂਵਮੈਂਟ ਦੇ ਵਿੱਚ ਆ ਜਾਂਦੇ ਆ। ਤੇ ਮੋਸਟਲੀ ਮਾਡਰਨ ਹਿਸਟਰੀ ਦੇ ਜਿਹੜੇ ਕੰਪੀਟੀਟਿਵ ਐਗਜ਼ਾਮ ਦੇ ਸਟੂਡੈਂਟ ਤਿਆਰੀ ਕਰ ਰਹੇ ਆ, ਇਹਨਾਂ ਵਿੱਚੋਂ ਕੁਐਸਚਨ ਸਾਰੇ ਪੁੱਛੇ ਜਾਂਦੇ ਆ। ਤਾਂ ਵੰਡਰਫੁਲ ਟੌਪਿਕ ਹੈਗਾ ਸੀ ਇਹ। ਤੇ ਅੱਜ ਲਈ ਆਪਣਾ ਲੈਕਚਰ ਇੰਨਾ ਹੀ ਸੀ। ਮੈਂ ਆਪਣੇ ਲੈਕਚਰ ਨੂੰ ਵਾਈਂਡ ਅਪ ਕਰਦਾ ਤੇ ਮੈਂ ਇਹ ਕਹਾਂਗਾ ਵੀ ਜੋ ਸਾਡਾ GN ਵਰਚੁਅਲ ਕਲਾਸਿਸ ਦਾ ਚੈਨਲ ਹੈ ਉਸ ਨੂੰ ਵੱਧ ਤੋਂ ਵੱਧ ਲਾਈਕਸ ਕਰੋ, ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ, ਤਾਂ ਨੈਕਸਟ ਟਾਈਮ ਤੁਹਾਨੂੰ ਇੱਕ ਵਧੀਆ ਵੀਡੀਓ ਮਿਲ ਸਕੇ ਜਿਸ ਦੇ ਨਾਲ ਤੁਸੀਂ ਆਪਣਾ ਐਗਜ਼ਾਮ ਦੀ ਤਿਆਰੀ ਕਰ ਸਕੋ, ਵਧੀਆ ਨੋਟਸ ਬਣਾ ਸਕੋ। ਅੱਜ ਲਈ ਲੈਕਚਰ ਇੰਨਾ ਹੀ ਸੀ ਮੇਰਾ। ਮੈਂ ਆਪਣੇ ਲੈਕਚਰ ਨੂੰ ਵਾਈਂਡ ਅਪ ਕਰਦਾ। ਥੈਂਕ ਯੂ ਸੋ ਮਚ।